हाँ जी प्यारे बच्चों, ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਅੰਕ ਗਣਿਤ ਦੀ ਮੂਲਭੂਤ ਪ੍ਰਮੇय। ਕੀ ਹੈ? ਅੰਕ ਗਣਿਤ ਦੀ ਮੂਲਭੂਤ ਪ੍ਰਮੇय, ਜਿਹਨੂੰ ਆਪਾਂ ਇੰਗਲਿਸ਼ 'ਚ ਬੋਲਦੇ ਹਾਂ ਫੰਡਾਮੈਂਟਲ ਥਿਊਰਮ ਆਫ ਅਰਥਮੈਟਿਕ। ਇਸ ਥਿਊਰਮ ਨੂੰ ਕਰਨ ਤੋਂ ਪਹਿਲਾਂ ਮੈਂ ਕੁਝ ਗੱਲਾਂ ਪੁਰਾਣੀਆਂ ਕਲਾਸ ਦੀਆਂ ਤੁਹਾਡੇ ਨਾਲ ਕਰਨਾ ਚਾਹਾਂਗਾ, ਜਿਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਆਪਣੇ ਕੋਲੇ ਅਭਾਜ ਸੰਖਿਆ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਭਾਜ ਸੰਖਿਆ ਕਿਹੜੀ ਹੁੰਦੀ ਹੈ। ਅਭਾਜ ਸੰਖਿਆ ਉਹ ਹੁੰਦੀ ਹੈ ਜਿਹੜੀ ਆਪਾਂ ਬੋਲਦੇ ਹਾਂ ਕਿ ਉਹ ਸੰਖਿਆ ਜਿਹੜੀ ਕਿ ਆਪਣੇ ਅਤੇ ਸਿਰਫ ਇੱਕ ਦੇ ਪਹਾੜੇ 'ਤੇ ਜਾਂਦੀ ਹੋਵੇ। ਮਤਲਬ ਆਪਾਂ ਇਹ ਬੋਲ ਸਕਦੇ ਹਾਂ ਜਿਸ ਦੇ ਸਿਰਫ ਦੋ ਗੁਣਨਖੰਡ ਹੋਣ। ਜਿਵੇਂ ਅਸੀਂ ਗੱਲ ਕਰਦੇ ਹਾਂ 2 ਦੀ, 3 ਦੀ, 5 ਦੀ, 7 ਦੀ, 11 ਦੀ, 13 ਦੀ, 17 ਦੀ, 19 ਦੀ। ਹੋਰ ਬਹੁਤ ਸਾਰੀਆਂ ਸੰਖਿਆਵਾਂ ਹਨ ਜਿਨ੍ਹਾਂ ਦੇ ਆਪਾਂ ਦੇਖਦੇ ਹਾਂ ਕਿ ਗੁਣਨਖੰਡ ਸਿਰਫ 2 ਹੀ ਹੋਣਗੇ। ਜੇ ਆਪਾਂ ਇੱਥੇ ਦੇਖੀਏ ਕਿ 2 ਦੇ ਗੁਣਨਖੰਡ 1 ਅਤੇ 2, 3 ਦੇ ਗੁਣਨਖੰਡ 1 ਅਤੇ 3, 5 ਦੇ ਗੁਣਨਖੰਡ 1 ਅਤੇ 5। ਮਤਲਬ ਇਹ ਸਿਰਫ ਇਹ 2 ਨੰਬਰਾਂ ਦੇ ਪਹਾੜੇ 'ਤੇ ਵੰਡੀਆਂ ਜਾਂਦੀਆਂ, ਹੋਰ ਕਿਸੇ ਨੰਬਰਾਂ 'ਤੇ ਨਹੀਂ ਵੰਡੀਆਂ ਜਾਣਗੀਆਂ। ਤਾਂ ਇਸ ਕਰਕੇ ਆਪਾਂ ਇਹਨਾਂ ਨੂੰ ਕੀ ਬੋਲਦੇ ਹਨ? ਅਭਾਜ ਸੰਖਿਆਵਾਂ। ਮਤਲਬ ਉਹ ਸੰਖਿਆਵਾਂ ਜਿਹੜੀਆਂ ਆਪਣੇ ਅਤੇ ਇੱਕ ਦੇ ਪਹਾੜੇ 'ਤੇ ਵੰਡੀਆਂ ਜਾਂ ਜਿਨ੍ਹਾਂ ਦੇ ਸਿਰਫ 2 ਗੁਣਨਖੰਡ ਹੋਣ, ਉਹਨੂੰ ਆਪਾਂ ਕੀ ਬੋਲਦੇ ਹਨ? ਅਭਾਜ ਸੰਖਿਆਵਾਂ। ਦੂਜੀ ਆਉਂਦੀ ਹੈ ਆਪਣੇ ਕੋਲੇ ਜਿਹਨੂੰ ਆਪਾਂ ਬੋਲਦੇ ਹਾਂ ਭਾਜ ਸੰਖਿਆ। ਇਹ ਉਹ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਗੁਣਨਖੰਡ 2 ਤੋਂ ਜ਼ਿਆਦਾ ਹੋਣ। ਮਤਲਬ ਜਿਹੜੀਆਂ ਬਹੁਤ ਸਾਰੇ ਪਹਾੜਿਆਂ 'ਤੇ ਵੰਡੀਆਂ ਜਾਂਦੀਆਂ ਹੋਣ। ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 4 ਦੀ। ਜੇ ਆਪਾਂ ਦੇਖਿਆ ਜਾਵੇ 4 ਨੂੰ 1 ਦੇ ਪਹਾੜੇ 'ਤੇ ਵੰਡਿਆ ਜਾਂਦਾ ਹੈ, ਫਿਰ ਇਹ 2 ਦੇ ਪਹਾੜੇ 'ਤੇ ਵੰਡਿਆ ਜਾਂਦਾ, ਫਿਰ ਇਹ 4 ਆਪਣੇ ਪਹਾੜੇ 'ਤੇ ਵੰਡਿਆ ਜਾਂਦਾ। ਤਾਂ ਇਹਨਾਂ ਦੇ ਇਸ ਦੇ ਗੁਣਨਖੰਡ ਮਤਲਬ 4 ਦੇ ਗੁਣਨਖੰਡ 3 ਹੋ ਗਏ, 1, 2 ਅਤੇ 4। ਹੁਣ ਆਪਾਂ ਗੱਲ ਕਰੀਏ 6 ਦੀ, ਤਾਂ 6 1 'ਤੇ ਵੰਡਿਆ ਜਾਂਦਾ, 2 'ਤੇ ਵੰਡਿਆ ਜਾਂਦਾ, 3 'ਤੇ ਵੰਡਿਆ ਜਾਂਦਾ, 6 'ਤੇ ਵੰਡਿਆ ਜਾਂਦਾ। ਤਾਂ ਇੱਥੇ ਇਹਦੇ ਗੁਣਨਖੰਡ 4 ਆ ਗਏ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਸੰਖਿਆ ਹਨ ਜਿਹੜੀਆਂ ਅਭਾਜ ਹੁੰਦੀਆਂ ਹਨ। ਮਤਲਬ ਅਭਾਜ ਸੰਖਿਆਵਾਂ ਉਹ ਜਿਨ੍ਹਾਂ ਦੇ ਗੁਣਨਖੰਡ 2 ਤੋਂ ਜ਼ਿਆਦਾ। ਉਹ ਕਿਹੜੀਆਂ ਸੰਖਿਆਵਾਂ ਹੁੰਦੀਆਂ ਹਨ? ਉਹ ਸੰਖਿਆਵਾਂ ਆਪਾਂ ਕਹਿੰਦੇ ਹਾਂ ਨਾ ਉਹਨਾਂ ਨੂੰ ਭਾਜ ਸੰਖਿਆਵਾਂ। ਉਹ ਸੰਖਿਆਵਾਂ ਹੁੰਦੀਆਂ ਹਨ ਭਾਜ। ਹੁਣ ਜਿਵੇਂ ਆਪਾਂ 1 ਤੋਂ 20 ਤੱਕ ਆਪਾਂ ਗਿਣਤੀ ਲਿਖਦੇ ਹਾਂ 4 5 6 7 8 9 10। ਫਿਰ ਆਪਾਂ ਲਿਖਿਆ 11 12 13 14 15 16 17 18 19 ਅਤੇ 20। ਹੁਣ ਜੇ ਆਪਾਂ ਇਹਨਾਂ ਦੇ ਵਿੱਚੋਂ ਗੱਲ ਕਰੀਏ ਕਿ ਆਹ 2 3 5 7 11 13 17 ਅਤੇ 19, ਇਹ ਕਿਹੜੀਆਂ ਸੰਖਿਆਵਾਂ ਹੋ ਗਈਆਂ? ਇਹ ਸੰਖਿਆਵਾਂ ਹੋ ਗਈਆਂ ਅਭਾਜ। ਅਤੇ ਜਿਹੜੀਆਂ ਬਾਕੀ ਸੰਖਿਆਵਾਂ ਬਚੀਆਂ, ਜਿਹੜੀਆਂ ਮਤਲਬ ਆਪਾਂ ਬੋਲਦੇ ਹਾਂ 4 6 8 9 10 12 14 15 16 18 20 ਅਤੇ ਇੱਦਾਂ ਹੀ ਬਹੁਤ ਸਾਰੀਆਂ ਸੰਖਿਆਵਾਂ ਇਹ ਹੋ ਗਈਆਂ ਆਪਣੇ ਕੋਲੇ ਭਾਜ ਸੰਖਿਆਵਾਂ, ਜਿਹਨਾਂ ਵਿੱਚੋਂ ਆਪਾਂ ਇੱਕ ਨੂੰ ਆਪਾਂ ਕੰਸੀਡਰ ਨਹੀਂ ਕਰਦੇ। ਇੱਕ ਨੂੰ ਆਪਾਂ ਮਤਲਬ ਇਹ ਨਹੀਂ ਬੋਲਦੇ ਕਿ ਇੱਕ ਅਭਾਜ ਹੈ ਜਾਂ ਭਾਜ ਹੈ। ਇੱਕ ਨੂੰ ਆਪਾਂ ਹਾਲੇ ਕੁਛ ਨਹੀਂ ਮੰਨਾਂਗੇ। ਇੱਕ ਦਾ ਹਾਲੇ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਹੀ ਰਹਿਣ ਦੇਵਾਂਗੇ। ਤਾਂ ਸਭ ਤੋਂ ਛੋਟੀ
ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਸਭ ਤੋਂ ਛੋਟੀ ਅਪਾਜ ਸੰਖਿਆ ਉਹ 2 ਹੁੰਦੀ ਹੈ। ਸਭ ਤੋਂ ਛੋਟੀ ਅਪਾਜ ਸੰਖਿਆ 2 ਹੁੰਦੀ ਹੈ। ਮਤਲਬ ਇੱਕ ਨੂੰ ਆਪਾਂ ਕੁਛ ਨਹੀਂ ਮੰਨਣਾ, ਹਾਲੇ ਇੱਕ ਨੂੰ ਆਪਾਂ ਸਿਰਫ ਇੱਦਾਂ ਬੋਲਣਾ ਕਿ ਉਹ ਹਰ ਇੱਕ ਨੰਬਰ 'ਤੇ ਆ ਜਾਂਦਾ ਤਾਂ ਉਹਦਾ ਇੱਕ ਹੀ ਗੁਣਨਖੰਡ ਬਣਦਾ ਹੈ। ਤਾਂ ਇਸ ਕਰਕੇ ਉਹਨੂੰ ਆਪਾਂ ਨਾ ਤਾਂ ਅਪਾਜ 'ਚ ਮੰਨਣਾ, ਨਾ ਆਪਾਂ ਉਹਨੂੰ ਭਾਜ ਵਿੱਚ ਬੋਲਣਾ, ਉਹਨੂੰ ਇੱਕ ਪਾਸੇ ਰਹਿਣ ਤਾ। ਅਤੇ ਆਪਣੇ ਕੋਲ ਗਿਣਤੀ ਕਿੱਥੋਂ ਫਿਰ ਸ਼ੁਰੂ ਹੋ ਗਈ? ਜਿਵੇਂ ਆਪਾਂ ਬੋਲੀਏ 2 ਤੋਂ ਸ਼ੁਰੂ ਹੋ ਗਈ, ਤਾਂ ਸਭ ਤੋਂ ਛੋਟੀ ਅਪਾਜ ਸੰਖਿਆ ਕਿੱਥੇ ਆ ਗਈ? ਸਾਡੇ ਕੋਲ 2 ਆ ਗਈ। ਉਸ ਤੋਂ ਬਾਅਦ ਜਿਹੜੀਆਂ ਸਾਡੇ ਕੋਲ ਸੰਖਿਆਵਾਂ ਬਣਦੀਆਂ ਗਈਆਂ ਉਹ ਆਪਾਂ ਲਿਖ ਲਿਆ। ਫਿਰ ਆਪਾਂ ਇੱਕ ਚੀਜ਼ ਹੋਰ ਪੜ੍ਹੀ ਸੀ, ਆਪਾਂ ਚੀਜ਼ ਹੋਰ ਪੜ੍ਹਿਆ ਸੀ ਆਪਾਂ, ਅਪਾਜ ਗੁਣਨਖੰਡ। ਇਹ ਆਪਾਂ ਛੋਟੀ ਕਲਾਸ 'ਚ ਪੜ੍ਹ ਕੇ ਆ ਚੁੱਕੇ ਹਾਂ, ਅਪਾਜ ਗੁਣਨਖੰਡ। ਕਿਉਂਕਿ ਇਸੀ ਤੋਂ ਸਾਡੀ ਥਿਓਰਮ ਬਣਨੀ ਹੈ, ਜਿਹੜੀ ਆਪਾਂ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ ਪੜ੍ਹੀ ਬੋਲਿਆ ਤੁਹਾਨੂੰ ਆਪਾਂ, ਉਹ ਇਸੀ ਤੋਂ ਬਣਨੀ ਹੈ। ਪਰ ਉਸ ਤੋਂ ਲਈ ਪਹਿਲਾਂ ਆਪਾਂ ਨੂੰ ਕੁਝ ਚੀਜ਼ਾਂ ਦੇਖਣੀਆਂ ਪੈਣੀਆਂ। ਅਪਾਜ ਗੁਣਨਖੰਡ ਦਾ ਮਤਲਬ ਕੀ ਹੈ? ਇੱਕ ਮੈਂ ਉਰੇ ਉਦਾਹਰਨ ਦੇ ਰਿਹਾ ਤੁਹਾਡੇ ਕੋਲ, ਜਿਵੇਂ ਇੱਕ ਮੈਂ ਲਿਖਿਆ ਉਰੇ 12, ਇੱਕ ਮੈਂ ਫਿਰ ਲਿਖਿਆ 20, ਇੱਕ ਮੈਂ ਲਿਖਿਆ 24। ਆਪਾਂ ਇਹਨਾਂ ਦੇ ਗੁਣਨਖੰਡ ਬਣਾਉਣੇ ਆ। ਆਪਾਂ ਜਦੋਂ ਗੁਣਨਖੰਡ ਬਣਾਉਂਦੇ ਹਾਂ ਆਪਾਂ ਕੀ ਕਰਦੇ ਹਾਂ? ਆਪਾਂ ਇਹਨਾਂ ਦਾ ਲਘੁੱਤਮ ਲੈਂਦੇ ਹਾਂ। 12 ਉਰੇ ਆਪਾਂ ਉਰੇ ਬੋਲਦੇ ਹਾਂ ਕਿ 12 ਨੂੰ 2 'ਤੇ ਵੰਡਤਾ, 6 ਆ ਗਿਆ। ਫਿਰ ਅੱਗੇ 6 ਵੰਡਿਆ ਜਾਂਦਾ, ਇਹਨੂੰ ਆਪਾਂ 2 'ਤੇ ਵੰਡਤਾ, ਇਹ 3 ਆ ਗਿਆ। ਫਿਰ ਇਹਨੂੰ ਆਪਾਂ ਅੱਗੇ 3 'ਤੇ ਵੰਡਤਾ, 3 ਏਕਮ 30 ਆ ਗਿਆ। ਇਸੀ ਤਰ੍ਹਾਂ ਜੇ ਆਪਾਂ 20 ਦੀ ਗੱਲ ਕਰੀਏ, ਆਪਾਂ 20 ਨੂੰ ਬਣਾਈਏ 2 10, 2 'ਤੇ ਫਿਰ ਚਲਾ ਗਿਆ 5, ਫਿਰ 5 ਆ ਗਿਆ, ਫਿਰ ਉਰੇ 1 ਆ ਗਿਆ। ਜੇ ਹੁਣ ਆਪਾਂ 24 ਦੀ ਗੱਲ ਕਰੀਏ, ਆਪਾਂ 2 'ਤੇ ਚਲਾ ਗਿਆ, 12 'ਤੇ ਚਲਾ ਗਿਆ, ਫਿਰ ਇਹ 2 'ਤੇ ਜਾ ਰਿਹਾ, ਫਿਰ ਇਹ 6 'ਤੇ ਚਲਾ ਗਿਆ, ਫਿਰ ਇਹ 2 'ਤੇ ਜਾ ਰਿਹਾ, ਫਿਰ ਇਹ 3 'ਤੇ ਚਲਾ ਗਿਆ, ਫਿਰ ਇਹ 3 'ਤੇ 1 'ਤੇ ਆ ਗਿਆ। ਹੁਣ ਆਪਾਂ ਇੱਥੇ ਇੱਕ ਚੀਜ਼ ਦੇਖੀ ਹੈ ਕਿ ਜਦੋਂ ਆਪਾਂ 12 ਦੇ ਗੁਣਨਖੰਡ ਬਣਾਏ, ਉਹ ਆਪਣੇ ਕੋਲ ਕੀ ਆਇਆ? 2 ਗੁਣਾ 2 ਗੁਣਾ 3। ਆਪਾਂ 20 ਦੇ ਗੁਣਨਖੰਡ ਬਣਾਏ, ਉਹ ਆਏ ਸਾਡੇ ਕੋਲ 2 ਗੁਣਾ 2 ਗੁਣਾ 5। ਫਿਰ ਆਪਾਂ 24 ਦੇ ਗੁਣਨਖੰਡ ਬਣਾਏ, ਉਹ ਆਏ ਸਾਡੇ ਕੋਲ 2 ਗੁਣਾ 2 ਗੁਣਾ 2 ਗੁਣਾ 3। ਮਤਲਬ ਆਪਾਂ ਜਿਹੜੇ ਗੁਣਨਖੰਡ ਬਣਾਏ ਨੇ, ਇਹ ਸਾਰੀਆਂ ਜਿਹੜੀਆਂ ਸੰਖਿਆਵਾਂ ਇਹਨਾਂ ਵਿੱਚ ਆਈਆਂ, ਇਹਦੇ ਵਿੱਚ 2 ਅਤੇ 3 ਆਇਆ, ਇਹਦੇ ਵਿੱਚ 5 ਆਇਆ, ਇਹਦੇ ਵਿੱਚ ਫਿਰ 3 ਆਇਆ, 2 ਆਇਆ, 2 ਆਇਆ। ਇਹ ਸਾਰੇ ਕਿਹੜੇ ਸੰਖਿਆ ਹਨ? ਅਪਾਜ। ਮਤਲਬ ਇਹ ਕਿਹੜੀਆਂ ਸੰਖਿਆਵਾਂ? ਸਾਰੀਆਂ ਅਪਾਜ। ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਜਦੋਂ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਆਪਾਂ ਇੱਕ ਚੀਜ਼ ਹੋਰ ਆਪਾਂ ਦੇਖੀਏ ਕਿ ਜੇ ਮੈਂ 12 ਆ, 12 ਨੂੰ ਕਿਆ ਮੈਂ ਇੱਦਾਂ ਲਿਖ ਸਕਦਾ ਹਾਂ 2 ਗੁਣਾ 6? ਕੋਈ ਬੋਲੇਗਾ ਕਿ ਨਹੀਂ ਲਿਖ ਸਕਦੇ ਜੀ, ਕੋਈ ਬੋਲੇਗਾ ਇਹਨੂੰ ਆਪਾਂ 1 ਗੁਣਾ 12 ਵੀ ਲਿਖ ਸਕਦੇ ਹਾਂ, ਕੋਈ ਬੋਲੇਗਾ ਇਹਨੂੰ ਆਪਾਂ 4 ਗੁਣਾ 3 ਵੀ ਲਿਖ ਸਕਦੇ ਹਾਂ। ਹਾਂ, ਫਿਰ ਪਰ ਆਪਾਂ ਅਪਾਜ ਗੁਣਨਖੰਡ ਵਿੱਚ ਆਪਾਂ ਉਰੇ ਛੋਟੇ ਤੋਂ ਛੋਟੇ ਗੁਣਨਖੰਡ ਬਣਾਉਣੇ ਹੁੰਦੇ, ਮਤਲਬ ਜਿੱਥੇ ਉਹ ਵੰਡਿਆ ਜਾਂਦਾ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਉਰੇ 6 ਹੈ ਜਿਹੜਾ, ਉਹ ਫਿਰ ਅੱਗੇ ਵੰਡਿਆ ਜਾਏਗਾ। ਹੁਣ ਇਹ ਕਿਤੇ ਨਹੀਂ ਵੰਡੇ ਜਾਣੇ, ਮਤਲਬ ਨਾ 2 ਵੰਡਿਆ ਜਾਣਾ ਕਿਤੇ, ਨਾ 3 ਵੰਡਿਆ ਜਾਣਾ। ਇਸੇ ਤਰ੍ਹਾਂ 12 ਆ, ਇਹ ਵੀ 2 'ਤੇ ਵੰਡਿਆ ਜਾਏਗਾ, ਫਿਰ ਇਹ ਵੰਡਿਆ ਜਾਏਗਾ 2 ਗੁਣਾ 3 'ਤੇ। ਹੁਣ ਆਪਾਂ 4 ਦੇਖੀਏ, ਇਹ ਜਿਹੜਾ 4 ਹੈ ਇਹ 2 ਗੁਣਾ 2 ਦੇ ਵਿੱਚ ਵੰਡਿਆ ਜਾਏਗਾ। ਅਤੇ ਜੇ ਆਪਾਂ ਇਹਨਾਂ 'ਚੋਂ ਦੇਖੀਏ, ਇਹਦੇ ਗੁਣਨਖੰਡ 2 2 3, ਇਹਦੇ ਗੁਣਨਖੰਡ 2 2 3, ਇਹਦੇ ਗੁਣਨਖੰਡ 2 2 3। ਹੁਣ ਇੱਕ ਚੀਜ਼ ਹੋਰ ਕਿ ਮਤਲਬ ਜਿੱਦਾਂ ਮਰਜ਼ੀ ਆਪਾਂ ਲਿਖ ਲਈਏ, ਇਹਨਾਂ ਦੇ ਗੁਣਨਖੰਡ ਅਪਾਜ ਆਣੇ ਔਰ ਛੋਟੇ ਤੋਂ ਛੋਟੇ ਗੁਣਨਖੰਡ ਆਣੇ, ਮਤਲਬ ਜਿਹੜੇ ਮੇਨ ਗੁਣਨਖੰਡ, ਮਤਲਬ ਜਿਹੜੇ ਛੋਟੇ ਅਪਾਜ ਦੇ ਵਿੱਚ ਹੈਗੇ ਨੇ। ਮਤਲਬ ਜੇ ਆਪਾਂ 6 ਆ, ਉਹ ਸੰਖਿਆ ਨਹੀਂ ਲੈਣੀ ਕਿ ਉੱਥੇ 6 ਵਾਲੇ ਬਚ ਗਿਆ, ਉੱਥੇ ਆਪਾਂ ਛੱਡ ਦਈਏ। ਮਤਲਬ ਅਪਾਜ ਆਪਾਂ ਜਿਹਨੂੰ ਬੋਲਦੇ ਹਾਂ ਕਿ ਮਤਲਬ ਜਿੱਥੇ ਲਾਸਟ ਪੁਆਇੰਟ ਖਤਮ ਹੋ ਜਾਏਗਾ, ਅਪਾਜ ਮਤਲਬ ਜਿੱਥੇ ਬੰਦ ਹੋ ਜਾਏਗੀ ਸੰਖਿਆ, ਉਹਨੂੰ ਆਪਾਂ ਬੋਲਾਂਗੇ ਕਿ ਇਹ ਸੰਖਿਆ ਇਹ ਹੁਣ ਇੱਥੇ ਖਤਮ ਹੋ ਗਈ ਹੈ ਅਤੇ ਇਹਦੇ ਗੁਣਨਖੰਡ ਬਣ ਗਏ। ਹੁਣ ਕੋਈ ਬੱਚਾ ਇਹਨੂੰ ਗੁਣਨਖੰਡ ਨੂੰ ਕਿੱਦਾਂ ਲਿਖਦਾ ਆ? 2 ਗੁਣਾ 2 ਗੁਣਾ 3, ਇਹ ਵੀ 12 ਹੋ ਗਿਆ। ਕੋਈ ਇਹਨੂੰ ਲਿਖਦਾ ਆ 2 ਗੁਣਾ 3 ਗੁਣਾ 2, ਤਾਂ ਵੀ 12 ਹੋ ਗਿਆ। ਕੋਈ ਇਹਨੂੰ 3 ਤੋਂ ਸ਼ੁਰੂ ਕਰ ਲੈਂਦਾ, ਤਾਂ ਵੀ 12 ਹੋ ਗਏ। ਮਤਲਬ
ਆਪਾਂ ਇਹਨੂੰ ਜਿੱਦਾਂ ਮਰਜ਼ੀ ਲਿਖ ਲਈਏ, ਮਤਲਬ ਆਪਾਂ ਇਹਨੂੰ ਉੱਪਰ ਕਰ ਦਈਏ, ਜਿਹੜਾ ਆਪਾਂ ਚੀਜ਼ ਲਿਖੀ ਸੀ ਇਹਨੂੰ ਆਪਾਂ ਹੇਠਾਂ ਕਰ ਦਈਏ, ਮਤਲਬ ਜਾਂ ਆਪਾਂ ਇਹਨੂੰ ਜਿੱਦਾਂ ਮਰਜ਼ੀ ਕਰ ਲਈਏ, ਇਹ ਸਾਡੇ ਕੋਲੇ ਓਨਾ ਹੀ ਰਹਿ ਜਾਣਾ ਆ। ਮਤਲਬ ਇਹ ਆਣਾ ਸਾਡੇ ਕੋਲੇ ਉਹੀ ਹੈ ਬਾਰ-ਬਾਰ। ਮਤਲਬ ਇਹਨੂੰ ਆਪਾਂ ਕਹੀਏ ਕਿ ਬਾਰ-ਬਾਰ ਸਾਡੇ ਕੋਲੇ ਗੁਣਨਖੰਡ ਤਾਂ ਉਹੀ ਆਣੇ ਆ, 2 ਗੁਣਾ 2, 2 ਗੁਣਾ 2 ਗੁਣਾ 3, 2 ਗੁਣਾ 3 ਗੁਣਾ 2, ਜਾਂ ਫਿਰ 3 ਗੁਣਾ 2 ਗੁਣਾ 2, ਇਹ ਆਪਣੇ ਕੋਲੇ ਆਣੇ ਉਹੀ ਹੈ। ਹੁਣ ਇਸੇ ਤਰ੍ਹਾਂ ਜੇ ਆਪਾਂ 20 ਦੀ ਗੱਲ ਕਰੀਏ, ਕੋਈ ਬੱਚਾ ਬੋਲਦਾ ਵੀ ਸਰ 5 ਪਹਿਲਾਂ ਲਿਖ ਲਓ, ਆਣਾ ਉਹੀ ਹੈ। ਜੇ ਆਪਾਂ ਇਹਨੂੰ ਕਹੀਏ, ਕੋਈ ਕਹੇਗਾ 3 ਗੁਣਾ 2 ਗੁਣਾ 2 ਗੁਣਾ 2 ਕਰ ਲਈਏ, ਜਾਂ ਕੋਈ ਕਹੇਗਾ 2 ਗੁਣਾ 3 ਗੁਣਾ 2 ਗੁਣਾ 2 ਕਰ ਲਈਏ, ਮਤਲਬ ਆਣੇ ਉਹੀ ਹੈ। ਤਾਂ ਇसी ਤੋਂ ਆਪਣੀ ਇੱਕ ਥਿਓਰਮ ਬਣਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਅੰਕ ਗਣਿਤ ਦੀ ਮੂਲਭੂਤ ਪ੍ਰਮੇਯ। ਉਹ ਮੈਂ ਦੱਸਣ ਜਾ ਰਿਹਾ ਹੁਣ ਤੁਹਾਨੂੰ ਕੀ ਹੁੰਦੀ ਹੈ ਉਹ ਥਿਓਰਮ। ਬੜੇ ਧਿਆਨ ਨਾਲ ਸਮਝਣਾ ਉਸ ਥਿਓਰਮ ਨੂੰ। ਹਰ ਇੱਕ ਭਾਜ ਸੰਖਿਆ ਕਿਹੜੀ ਹੁੰਦੀ ਹੈ, ਜਿਹੜੀ ਕਿ 2 ਤੋਂ ਜ਼ਿਆਦਾ ਗੁਣਨਖੰਡ ਦੇ ਵਿੱਚ ਵੰਡੀ ਜਾਵੇ, ਨੂੰ ਅਭਾਜ ਸੰਖਿਆਵਾਂ, ਮਤਲਬ ਉਹਨਾਂ ਨੂੰ ਅਭਾਜ ਸੰਖਿਆਵਾਂ ਦੇ ਇੱਕ ਗੁਣਨਫਲ, ਮਤਲਬ ਉਹਨਾਂ ਨੂੰ ਗੁਣਾ ਕਰਕੇ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਜਿਵੇਂ ਆਪਾਂ ਗੱਲ ਕੀਤੀ ਸੀ ਉਰੇ 12 ਦੀ, 12 ਕਿਹੜੀ ਸੰਖਿਆ ਉਰੇ, ਭਾਜ। ਇਹਨੂੰ ਆਪਾਂ ਲਿਖਿਆ ਕਿੱਦਾਂ ਸੀ, 2 ਗੁਣਾ 2 ਗੁਣਾ 3। ਉਰੇ 2 ਵੀ ਕੀ ਹੈ, ਅਭਾਜ, ਅਤੇ 3 ਵੀ ਕੀ ਹੈ, ਅਭਾਜ। ਮਤਲਬ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ, ਮਤਲਬ ਆਹ ਗੁਣਨਫਲ ਦੇ ਨਿਸ਼ਾਨ। ਜੇ ਮੈਂ ਇਹਨੂੰ ਇੱਦਾਂ ਲਿਖ ਦੇਵਾਂ, ਕਿਆ ਤੁਸੀਂ ਇਹਨੂੰ ਕਹਿ ਦੋਗੇ 12 ਬਣਦਾ ਆ? ਨਹੀਂ, ਕਿਉਂਕਿ ਵਿੱਚ ਇਹਦੇ ਵਿੱਚ ਪਲੱਸ ਵੀ ਹੋ ਸਕਦਾ, ਉਰੇ ਮਾਈਨਸ ਵੀ ਹੋ ਸਕਦਾ। ਕੋਈ ਬੱਚਾ ਆਪਣੇ ਵੱਲੋਂ ਕੋਈ ਨਿਸ਼ਾਨ ਵੀ ਪਾ ਸਕਦਾ, ਕੋਈ ਇਹਨੂੰ ਕਹਿ ਸਕਦਾ ਵੀ 2,2,3, ਮਤਲਬ ਨਹੀਂ। ਤਾਂ ਇਹਨੂੰ ਆਪਾਂ ਨੂੰ ਇੱਥੇ ਗੁਣਾ ਦਾ ਮਤਲਬ ਇੱਕ ਅਭਾਜ ਸੰਖਿਆ ਨੂੰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਇੱਕ ਗੁਣਨਫਲ ਮਤਲਬ 2 ਗੁਣਾ 2 ਗੁਣਾ 3 ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਪਤਾ ਲੱਗ ਗਿਆ? ਇਹ ਮਤਲਬ ਹਰ ਇੱਕ ਭਾਜ ਸੰਖਿਆ ਨੂੰ ਆਪਾਂ ਉਰੇ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਹੁਣ ਜਿਵੇਂ ਆਪਾਂ ਇੱਕ ਐਗਜ਼ਾਮਪਲ ਹੋਰ ਲਿੱਤੀ ਸੀ, 20 ਦੀ ਐਗਜ਼ਾਮਪਲ ਲਿੱਤੀ ਸੀ, ਉਰੇ ਵੀ ਆਪਾਂ ਗੁਣਨਖੰਡ ਦੇਖੇ ਸੀਗੇ 2 ਗੁਣਾ 2 ਗੁਣਾ 5। ਤਾਂ ਆਪਾਂ ਇੱਥੇ ਵੀ ਕੀ ਦੇਖਿਆ ਸੀ, 2 ਵੀ ਅਭਾਜ ਹੈ ਅਤੇ 5 ਵੀ ਅਭਾਜ ਹੈ। ਤਾਂ ਇਸ ਕਰਕੇ ਹਰ ਇੱਕ ਭਾਜ ਸੰਖਿਆ ਨੂੰ ਅਸੀਂ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਇਹ ਆਪਣੀ ਪੁਆਇੰਟ ਬਿਲਕੁਲ ਸਹੀ ਆ ਗਿਆ। ਅਗਲਾ ਪੁਆਇੰਟ, ਇਹ ਗੁਣਨਖੰਡਨ ਅਭਾਜ ਗੁਣਨਖੰਡਾਂ ਦੇ ਆਉਣ ਵਾਲੇ ਤਰਤੀਬ ਤੋਂ ਇਲਾਵਾ ਵਿਲੱਖਣ ਹੁੰਦਾ ਹੈ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ। ਕਲਾਸ ਦੇ ਵਿੱਚ ਆਪਣੇ ਕੋਲ 3 ਬੱਚੇ ਬੈਠੇ ਨੇ, 1 2 3। ਮੰਨ ਲਓ ਇੱਕ ਬੱਚੇ ਨੇ ਗੁਣਨਖੰਡ ਬਣਾਏ ਇਹਦੇ 12 ਦੀ ਗੱਲ ਕਰਦਾ ਹਾਂ, 2 ਗੁਣਾ 2 ਗੁਣਾ 3। ਇੱਕ ਨੇ ਬਣਾਏ 3 ਗੁਣਾ 2 ਗੁਣਾ 2। ਇੱਕ ਨੇ ਬਣਾਏ 2 ਗੁਣਾ 3 ਗੁਣਾ 2। ਪਰ ਜਦੋਂ ਆਪਾਂ ਇਹਨਾਂ ਸਾਰਿਆਂ ਨੂੰ ਗੁਣਾ ਕਰਿਆ, ਆਪਣੇ ਕੋਲ ਇਹ ਆਨਸਰ ਤਾਂ 12 ਹੀ ਆਇਆ। ਪਰ ਇੱਕ ਬੱਚਾ ਕਲਾਸ 'ਚ ਹੋਰ ਬੈਠਾ ਆ, ਜਿਹਨੂੰ ਆਪਾਂ ਬੋਲਦੇ ਹਾਂ ਚੌਥਾ ਬੱਚਾ, ਉਹਨੂੰ 12 ਦੇ ਗੁਣਨਖੰਡ ਨਹੀਂ ਬਣਾਉਣੇ ਆਏ। ਮੰਨ ਲਓ ਉਸਨੇ ਬਣਾਤੇ 2 ਗੁਣਾ 4 ਗੁਣਾ ਮਤਲਬ 3, ਕੁਛ ਇੱਦਾਂ ਬਣਾਤਾ ਉਹਨੇ, ਕੁਛ ਇੱਦਾਂ ਲਿਖਤਾ, ਮਤਲਬ ਉਹਨੇ ਇੱਦਾਂ ਦੀ ਬਣਾਤੀ ਸੰਖਿਆ। ਪਰ ਆਪਾਂ ਉਹਨੂੰ ਬਣਾਉਣੇ ਨਹੀਂ ਆਏ, ਤਾਂ ਹੀ ਮੈਂ ਬੋਲਿਆ ਕਿ ਉਹਨੂੰ ਬਣਾਉਣੇ ਨਹੀਂ ਆਏ। ਹੁਣ ਉਹਨੂੰ ਨਹੀਂ ਪਤਾ ਲੱਗਿਆ ਵੀ ਇਹਦੇ ਗੁਣਨਖੰਡ ਕੀ ਬਣਦੇ ਹੈ। ਜਦੋਂ ਉਹਨੂੰ ਬਣਾਉਣੇ ਹੀ ਨਹੀਂ ਆਏ ਗੁਣਨਖੰਡ, ਤਾਂ ਫਿਰ ਆਪਾਂ ਇਹਨੂੰ ਕੀ ਕਰਾਂਗੇ? ਆਪਾਂ ਇਹਨੂੰ ਜਦੋਂ ਇਹਨੂੰ ਬਣਾਉਣੇ ਨਹੀਂ ਆਏ ਤਾਂ ਫਿਰ ਆਪਾਂ ਕੀ ਕਰਾਂਗੇ? ਹੁਣ ਦੇਖੋ, ਉਹਦੇ ਆਪਾਂ ਗੁਣਾ ਕਰਿਆ ਤਾਂ ਉਹਦਾ ਗੁਣਾ 'ਚ ਕਿੰਨਾ ਆ ਗਿਆ? 24 ਆ ਗਿਆ। ਬਾਕੀਆਂ ਦੇ ਵਿੱਚ ਆਪਾਂ ਗੁਣਾ ਕਰਿਆ 12 ਆ ਰਿਹਾ। ਇਹਦਾ ਮਤਲਬ ਕੀ ਹੈ? ਇਹ ਗੁਣਨਖੰਡਨ ਮਤਲਬ ਜਿਹੜਾ ਆਪਾਂ ਗੁਣਨਖੰਡ ਬਣਾਇਆ ਆ, ਇਹ ਅਭਾਜ ਗੁਣਨਖੰਡਾਂ ਦੇ ਆਉਣ ਵਾਲੇ ਤਰਤੀਬ ਤੋਂ ਇਲਾਵਾ ਵਿਲੱਖਣ ਹੁੰਦਾ। ਮਤਲਬ ਤਰਤੀਬ ਕੁਛ ਵੀ ਹੋ ਸਕਦੀ ਹੈ। ਕੋਈ ਬੱਚਾ 2 ਗੁਣਾ 2 ਗੁਣਾ 3 ਲਿਖੇਗਾ, ਕੋਈ ਬੱਚਾ 3 ਗੁਣਾ 2 ਗੁਣਾ 2 ਲਿਖੇਗਾ, 2 ਗੁਣਾ 3 ਗੁਣਾ 2 ਲਿਖੇਗਾ। ਪਰ ਤਰਤੀਬ ਕੋਈ ਵੀ ਹੋ ਸਕਦੀ ਹੈ। ਪਰ ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਗੁਣਾ ਕਰਾਂਗੇ, ਆਉਣਾ ਤਾਂ ਉਹਨੇ 12 ਹੀ ਹੈ। ਵਿਲੱਖਣ ਮਤਲਬ ਇਹਨਾਂ ਤੋਂ ਇਲਾਵਾ ਕੋਈ ਹੋਰ ਨਹੀਂ ਬਣੇਗਾ। ਆਹ ਬਣ ਰਿਹਾ? ਨਹੀਂ ਬਣ ਰਿਹਾ। ਇਹ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਬੋਲਿਆ 2 ਗੁਣਾ 4 ਗੁਣਾ 3, ਮਤਲਬ ਕੋਈ ਤੀਜਾ ਬੰਦਾ, ਚੌਥਾ ਬੰਦਾ ਇਹਨੇ ਬਣਾਤਾ, ਇਹ ਬਣਨਾ ਹੀ ਨਹੀਂ ਹੈ। ਕਿਉਂਕਿ ਜਿਹੜੇ 12 ਦੇ ਗੁਣਨਖੰਡ ਆ ਉਹ ਇਹਨਾਂ ਤਿੰਨਾਂ ਦੇ ਵਿੱਚ ਹੀ ਹੈ। ਮਤਲਬ ਉਹਨਾਂ ਵਿੱਚ ਸਿਰਫ 1 2 ਵਾਰੀ ਆਉਣਾ ਅਤੇ 1 3 ਵਾਰ ਆਉਣਾ। ਇਹਨਾਂ ਨੂੰ ਆਪਸ 'ਚ ਆਪਾਂ ਗੁਣਾ ਕਰਾਂਗੇ ਤਾਂ ਹੀ ਆਉਣਾ। ਔਰ ਗੁਣਾ ਦੀ ਤਰਤੀਬ ਜੋ ਮਰਜ਼ੀ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਲੱਖਣ ਹੁੰਦਾ, ਮਤਲਬ ਇਹ ਵਿਲੱਖਣ ਹੀ ਹੈ, ਮਤਲਬ ਇੱਕੋ ਹੀ ਹੈ। 12 ਨੂੰ ਹੋਰ ਨਹੀਂ ਆਪਾਂ ਕਿਸੇ ਤਰ੍ਹਾਂ ਲਿਖ ਸਕਦੇ, ਪਰ ਲਿਖ ਸਕਦੇ ਹਾਂ
ਲਿਖਣ ਨੂੰ ਆਪਾਂ 12 ਨੂੰ 2 ਗੁਣਾ 2 ਗੁਣਾ 6 ਲਿਖ ਸਕਦੇ ਹਾਂ, ਪਰ ਇਹ ਅਪਾਜ ਨਹੀਂ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿਉਂ, ਇਹ ਅਪਾਜ ਹੈ ਪਰ ਇਹ ਭਾਜ ਹੈ। ਤਾਂ ਇਹ ਗੁਣਨਖੰਡ ਨਹੀਂ ਹੋਏ, ਪਰ ਆਪਾਂ ਇਹ ਬੋਲਿਆ ਕਿ ਇੱਕ ਭਾਜ ਸੰਖਿਆ ਨੂੰ ਅਪਾਜ ਸੰਖਿਆਵਾਂ ਦੇ ਇੱਕ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਤਾਂ ਮਤਲਬ ਆਪਾਂ ਨੂੰ 6 ਨੂੰ ਵੀ ਹੱਲੇ ਤੋੜਨਾ ਪਏਗਾ। ਫਿਰ ਆਪਾਂ 6 ਨੂੰ ਕਿੱਦਾਂ ਤੋੜਾਂਗੇ, 2 ਗੁਣਾ 3। ਹੁਣ ਅੱਗੇ ਤੋੜੀਏ, ਇਹ ਬੰਦੇ ਹੀ ਨਹੀਂ ਹੈ ਇਹਨਾਂ ਦੇ ਗੁਣਨਖੰਡ, ਕਿਉਂਕਿ ਇਹ ਅਪਾਜ ਸੰਖਿਆਵਾਂ ਆ ਗਈਆਂ। ਤਾਂ ਇਸ ਕਰਕੇ ਇਹਦੇ ਗੁਣਨਖੰਡ 2 ਗੁਣਾ 2 ਗੁਣਾ 3 ਹੀ ਰਹਿਣਾ, ਪਰ ਉਹਦਾ ਤਰਤੀਬ ਜੋ ਮਰਜ਼ੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਗੁਣਨਖੰਡ ਕੋਈ ਨਹੀਂ ਹੈ। ਤਾਂ ਹੀ ਆਪਾਂ ਇੱਕ ਵਰਡ ਬੋਲਿਆ ਜਾਂਦਾ ਹੈ ਵਿਲੱਖਣ। ਇਹ ਮੈਨੂੰ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਕਿ ਅੰਕ ਗਣਿਤਕ ਦੀ ਮੂਲਭੂਤ ਪ੍ਰਮੇय ਕੀ ਹੁੰਦੀ ਹੈ। ਹੁਣ ਆਪਾਂ ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਦੇ ਕੁਝ ਕੁਐਸਚਨਸ, ਕੁਝ ਆਪਾਂ ਇੱਕ ਨਵਾਂ ਟੌਪਿਕ ਹੈ ਜਿਹਨੂੰ ਆਪਾਂ ਬੋਲਦੇ ਹਾਂ ਅਪਾਜ ਗੁਣਨਖੰਡ ਬਣਾਉਣ ਦੀ ਵਿਧੀਆਂ, ਉਹ ਕੀ ਹੈ ਉਹ ਆਪਾਂ ਪੜ੍ਹਾਂਗੇ। ਪਰ ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ। ਜੋ ਕੁਝ ਨਹੀਂ ਸਮਝ ਆਏਗਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਧੰਨਵਾਦ।